मामा शामिल है, मामी शामिल है। तक मेरी आवाज है ਅਸੀਂ ਹਾਈ ਕੋਰਟ ਤੱਕ ਜਾਵਾਂਗੇ, ਅਸੀਂ ਹਾਈ ਕੋਰਟ ਤੱਕ ਜਾਵਾਂਗੇ। ਮਾਮੇ ਆਇਆ ਜਾਏ, ਮਾਮੇ ਬੈਸ ਨਾ ਆਇਆ ਜਾਏ, ਉਹ ਝੂਠ ਬੋਲਦੇ ਨੇ। ਇਹਨਾਂ ਨੂੰ ਮੌਤ ਆਵੇ। ਪੂਰਾ ਮਹੱਲਾ 6 दिन से मेरी धी को कोई मोबाइल नहीं सी, कोई चीज नहीं सी। मेरे क्यों मारी मेरी धी मेरे घर कर लेता, मेरी बेटी को मेरे घर भेज देता। मेरे जिगर का टोटा टोटा, मेरे जिगर का ਨਾਲੇ ਇੱਕ ਬਾਤ ਨਾਲੇ ਆਂਦਾ ਬੰਦੇ ਉਹ ਬੈਸ ਦੀ ਵੀ ਸ਼ਾਮਲ ਹੈ, ਬੈਸ ਦੀ ਵੀ ਸ਼ਾਮਲ ਹੈ। ਬੈਸ ਨੇ ਨਸ਼ਾ ਦਿੱਤਾ, ਪਹਿਲੇ ਫਾਂਸੀ ਦਾ ਟੰਗਾ ਦੇਣਾ। ਬੈਸ ਨੇ ਨਸ਼ਾ ਦਿੱਤਾ ਸਾਡੀ ਬੱਚੀ ਨੂੰ। ਪਹਿਲੇ ਤੱਕ ਦੇ ਨਸ਼ਾ ਦੇ ਰਹੇ ਸਨ, ਕਬੇ ਤੋਂ ਨਸ਼ਾ ਦਿੱਤਾ ਜਾ ਰਿਹਾ ਸੀ। ਮੇਰੀ धी ਸਾਡੇ ਘਰ ਦੇ 2 ਨੰਬਰ ਕੰਮ ਕਰਦਾ ਹੈ ਇਹਨਾਂ ਦੇ ਨਾਲ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਇਹ ਕੰਮ ਇਹਨੇ ਕਰੋ। ਦੁਬਾਰਾ ਇਹ ਕੰਮ ਕਰੋ, ਇਹ ਬੱਚੀ ਨੇ ਨਹੀਂ ਕੀਤਾ ਤੇ ਇਹਨੂੰ ਇਹ ਮਾਮਾ ਇਹਦਾ ਮਲਵਸ ਵਿੱਚ ਸਾਰਾ ਕੁਝ ਹੁੰਦਾ, ਨਾਲ ਉਹਦੀ ਬੁੱਢੀ ਮਲਵਸ ਹੈ। ਬੁੱਢੀ ਹੁੰਦੀ ਐਸੇ ਰੋ ਰਹੀ ਸੀ ਜੈਸੇ ਭੈਣ ਚੋਈ ਕੋ ਮਰ ਗਿਆ, ਇਹਦਾ ਆਪਣਾ ਮਰ ਗਿਆ। ਝੂਠ ਮਾਰ ਕੇ 1 ਮਿੰਟ ਨਹੀਂ ਲੱਗਾ ਜਦੋਂ ਪੁਲਿਸ ਵਾਲਿਆਂ ਦੇ ਅੱਗੇ ਮੰਨੇ ਇੰਜ ਨਸੇ ਨੇ ਕਿ ਨਸਣ ਦਾ ਕਿ ਵੈਸ ਆਪ ਗੱਡੀ ਨਾਲ ਚੰਬੜ ਗਿਆ ਵੀ ਮੈਨੂੰ ਫੜ ਕੇ ਮਾਰਨਗੇ ਇੱਥੇ। ਇਹ ਜਾਣ ਕੇ ਡਰਾਮੇ ਕਰਦੇ ਆ, ਸਾਰੀ ਮਾਮੇ ਦੀ ਗਲਤੀ ਹੈ। ਮਾਮੇ ਨੂੰ ਵਿੱਚੋਂ ਬਾਹਰ ਨਹੀਂ ਕੱਢਣਾ ਚਾਹੀਦਾ, ਮਾਮੇ ਨੂੰ ਵਿੱਚ ਰੱਖਣਾ ਚਾਹੀਦਾ। ਮਾਮੇ ਨੂੰ ਕਦੀ ਵੀ ਵਾਸਤੇ ਨਹੀਂ ਮਾਫੀ ਦੇਣੀ ਚਾਹੀਦੀ, ਸਾਰੀ ਗਲਤੀ ਮਾਮੇ ਦੀ। ਇਹ ਮਾਮਾ ਐਡਾ ਵੱਡਾ ਕੰਜਰ ਦੁਨੀਆ ਦੇ ਮੈਂ ਨਹੀਂ ਵੇਖਣਾ ਜਿੱਡਾ ਇਹ ਮਾਮਾ। ਲੱਗਿਆ ਸ਼ਰਮ ਆ ਰਹੀ ਉਹਨੇ ਸਾਡੀ ਬੱਚੀ ਨਾਲ ਕੀਤਾ ਸੀ। ਵੈਸ ਹੁੰਦਾ ਨਾ ਮਾਮੇ ਦਾ ਨਾਂ, ਕੰਜਰ ਜਾਣ ਕੇ ਡਰਾਮੇ ਕਰ ਰਿਹਾ। ਅਜ਼ੀਮ ਤੋਂ ਵੈਸ ਨਾਲ ਇਹਨਾਂ ਦੀ ਮਾਮੀ ਸੋਨੀਆ, ਇਹ ਤਿੰਨੇ ਚਾਰੇ ਮਲਵਸ ਨੇ ਵਿੱਚ। ਔਰਤਾਂ ਫੜੀਆਂ ਕਿ ਨਹੀਂ? ਔਰਤਾਂ ਨਹੀਂ ਫਿਰਦੀਆਂ, ਔਰਤਾਂ ਨੂੰ ਪੈਸੇ ਲੈ ਲੂ ਕੇ ਸਾਰੀਆਂ ਭੱਜੀਆਂ ਨਸੀਆਂ ਇਹਨਾਂ ਦੇ ਨਾਲ। ਪਰਚਾ ਕਿਉਂ ਨਾ ਮਨਾਉਣ ਬੜਾ? ਲਾਮ ਨੂੰ ਪਰਚਾ ਇਹਨਾਂ ਨੇ ਆਪ ਪੁਲਿਸ ਵਾਲਿਆਂ ਨੇ ਕਰਾਇਆ, ਜੋ ਵੀ ਕਰਾਇਆ। ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਸਾਡੇ ਨਾਲ ਕੀ ਕਰਨ ਡਿਆ ਨੇ। ਸਾਡੀ ਤੇ ਆਪਣੀ ਸਾਨੂੰ ਤੇ ਆਪਣੀ ਪੈ ਗਈ ਸੀ, ਸਾਡੀ ਆਪਣੀ ਸੁੱਝ-ਬੁੱਝ ਮਾਰੀ। ਖੁਦ ਮਾਰੀ ਗਈ। ਜਿੱਥੇ ਪੈਸੇ ਲੈਂਦੇ ਨੇ ਜੋ ਕੁਝ ਕਰਦੇ ਨੇ ਉੱਥੇ ਉਹਨਾਂ ਦਾ ਕਰ ਦਿੰਦੇ ਨੇ। ਮੈਨੂੰ ਸ਼ਬਾਬ ਸ਼ਰੀਫ ਅੱਗੇ ਪੇਸ਼ ਕਰੋ, ਹਮਜ਼ਾ ਅੱਗੇ ਕਰੋ, ਮੈਨੂੰ ਮਰੀਮ ਸ਼ਬਾਬ ਅੱਗੇ ਪੇਸ਼ ਕਰ ਦਿਓ। ਇਹਨਾਂ ਨੇ ਮੇਰੀ ਧੀ ਨਜਾਇਜ਼ ਮਾਰੀ ਏ, ਜਿੱਥੇ ਮੇਰੀ ਧੀ ਨੂੰ ਮਾਰੇ ਉੱਥੇ ਮੈਨੂੰ ਇਨਸਾਫ ਚਾਹੀਦਾ। ਇਸ ਦੋਵਾਂ ਦੀ ਗਰਦਨ ਕੱਟੀ ਜਾਏ, ਫਿਰ ਇਨਸਾਫ ਮਿਲੇਗਾ ਮਰੀਮ ਨੂੰ। ਮਰੀਮ ਕੋਲੋਂ ਮਰੀਮ ਨੂੰ ਇਨਸਾਫ ਮਿਲੇਗਾ, ਕਿਉਂਕਿ ਫਿਰ ਆਏ ਦਿਨ ਕੋਈ ਮਰੀਮ ਨਹੀਂ ਮਰੇਗੀ, ਕਿਸੇ ਮਰੀਮ ਦਾ ਗਲਾ ਨਹੀਂ ਕੱਟਿਆ ਜਾਏਗਾ, ਫਿਰ ਕੋਈ ਮਰੀਮ ਨਹੀਂ ਕੁਰਬਾਨ ਹੋਏਗੀ ਨਜਾਇਜ਼, क्योंकि मेरी धी नजायज मरी है। क्योंकि फिर कोई मरियम नजायज नहीं मरेगी। जे इंसाफ मिल गया तो फिर हर माँ दी धी महफूज हो जाएगी। जे इंसाफ ना मिलया हर धी डरी रहेगी, किसी धी नूं फिर इंसाफ नहीं मिलेगा। फिर कुत्ते बिल्ले इल्जाम ला के बाहर आ जाएंगे, कहेंगे अज मरियम खराब सी ते कल लो मरियम नहीं। मरियम नूं इंसाफ मिले, नवाज शरीफ, शबाब शरीफ, हमजा, मरियम शबाज, मरियम को इंसाफ चाहिए। मरियम मरी है, मेरी आवाज उत्तों तक जावे। मेरी आवाज इको ही है कि मरियम नूं इंसाफ मिलिया जाए, फिर किसे मरियम दा गला नहीं कटेगा। चाहिए मैनू इंसाफ है चाहिए कि मरियम दा इंसाफ होवे, मामे ते अपने वे दा उत्थे गला कटिया जाए ते फिर मैनू इंसाफ मिल जाएगा। एक और मेरा पैगाम है, मैं रवा या ना रवा, ए दो बंदे फांसी ते लटकने चाहिए ने। ए मेरी हुकूमत नूं आवाज है, ए मेरी अपील है कि मैं मर भी जावां, ए दो बंदे बाहर नहीं आने चाहिए, क्योंकि मैनू धमकियां लांदे ने, मैनू धमकियां लांदे ने, मैनू धमकियां लांदे ने, मैनू धमकियां लांदे ने, क्यों कि इन्हां दी आवाज दे। आज मैं मौजूद हूँ सब्ज़ादार में, इस घर में जहाँ पे एक बहुत बड़ा सानिया वारद हुआ है। एक मरियम बेटी जिसको शादी के 6 दिन बाद कत्ल कर दिया गया, जिसकी गर्दन पे वार करके उसकी गर्दन अलहदा कर दी गई। ये एक इंतहाई दिलखराश वाक़या है। अल्लाह ताला अगर बेटियाँ देता है तो उनके नसीब भी अच्छे हैं। ये एक अनहोनी हुई है इस इलाके में। आपने देखा होगा कि इस वक्त पूरा इलाका, पूरा मोहल्ला मेरे साथ जमा है। ये बच्ची की वालदा है। अब्बा जी आप सब्र करें। तो इनसे पूछते हैं किस तरह वाक़या होया, की होया, सारी को थोड़ी जी गल सानू दसो। पुत्र
3 ਸਾਲ ਪਹਿਲੇ ਮੇਰੀ ਫੁੱਫੀ ਰਿਸ਼ਤਾ ਲੈ ਕੇ ਗਈ ਸੀ ਮੇਰੇ ਚਾਚੇ ਦੀ ਬੇਟੀ ਦੇ ਘਰ। ਉਹ ਫਿਰ ਕਹਿਣ ਲੱਗੀ ਮੇਰੀ ਵੀ ਬੇਟੀ ਉਹਦੇ ਨਾਲ ਤੇਰੀ ਬੇਟੀ ਵੀ ਸਕੂਲ 'ਚ ਰਹੇਗੀ। ਫਿਰ ਕੁਛ ਅਰਸੇ ਬਾਅਦ ਇਹਨਾਂ ਨੇ ਨਿਕਾਹ ਕਰ ਦਿੱਤਾ। ਉਸ ਤੋਂ ਬਾਅਦ ਫੁੱਫੀ ਮੇਰੇ ਕੋਲ ਆਈ ਏ, ਕਹਿਣ ਲੱਗੀ ਸ਼ਾਦੀ ਦੇ ਦੇ। ਇਹਦਾ ਮਾਮੂ ਹਰ ਰੋਜ਼ ਮੇਰੇ ਕੋਲ ਆਂਦਾ ਸੀ, ਕਹਿੰਦਾ 5-4 ਬੰਦਿਆਂ 'ਚ 10 ਬੰਦਿਆਂ 'ਚ ਅਸੀਂ ਸ਼ਾਦੀ ਕਰਨੀ ਹੈ ਤੇ ਤੁਸੀਂ ਟੋਰਦੇ ਅਸੀਂ ਖਰਚਾ ਨਹੀਂ ਕਰ ਸਕਦੇ। ਮੈਂ ਕਹਿਤਾ ਇੱਕ ਦਿਨ ਚਲੋ ਠੀਕ ਹੈ ਤੁਸੀਂ 10 ਬੰਦੇ ਆਵੋ ਤੇ ਲੈ ਜਾਵੋ। ਇਹ 40-50 ਬੰਦੇ ਆਏ ਨੇ, ਮੇਰੀ ਧੀ ਨੂੰ ਲੈ ਕੇ ਗਏ ਨੇ। ਉਸ ਤੋਂ ਬਾਅਦ ਇਹਨਾਂ ਨੇ ਮੇਰੀ ਧੀ ਪੁੱਤਰ ਮਾਰ ਦਿੱਤੀ ਏ। 8.5 ਲੱਖ ਰੁਪਇਆ ਵੀ ਮੈਂ ਇਹਨਾਂ ਨੂੰ ਦਿੱਤਾ ਕਾਰੋਬਾਰ ਲਈ। ਇਹਨਾਂ ਨੇ ਕਿਹਾ ਤੂੰ ਜਾਇਦਾਦ ਨਾ ਦੇ, ਸਾਨੂੰ ਪੈਸਾ ਦੇ ਦੇ, ਮੁੰਡਾ ਬੈਕਰੀ ਕਰੇਗਾ ਕਮਾਏਗਾ ਤੇ ਤੇਰੀ ਧੀ ਸਕੂਨ ਨਾਲ ਖਾਏਗੀ ਤੇ ਮੇਰੇ ਬੱਚਿਆਂ ਮੈਂ ਇਹਨਾਂ ਨੂੰ ਦੇ ਦਿੱਤੇ। ਮੈਂ ਤਾਂ ਗਰੀਬ ਔਰਤ ਆ, ਭਾਂਡੇ ਮਾਂਜਣ ਵਾਲੀ ਤੇ ਕੰਮ ਕਰਨ ਵਾਲੀ, ਮੈਨੂੰ ਇਨਸਾਫ ਚਾਹੀਦਾ। ਇਹ ਮੇਰੇ ਕੋਲ ਪੈਸਾ ਵੀ ਲੈ ਗਏ, ਧੀ ਵੀ ਲੈ ਗਏ ਤੇ ਮੇਰੀ ਧੀ ਮਾਰ ਵੀ ਦਿੱਤੀ। ਅੱਛਾ ਬਾਜੀ ਇਹ ਦੱਸੋ ਕਿ ਜਿਸ ਟਾਈਮ ਬੇਟੀ ਗਈ ਹੈ ਕਿਸੇ ਨੇ ਤੁਹਾਨੂੰ ਤਲਾਕ ਦਿੱਤੀ, ਕਿਸ ਤਰ੍ਹਾਂ ਮਰੀ ਹੈ, ਕੀ ਗੱਲ ਹੈ, ਕੁਝ ਦੱਸਿਆ ਵਾਕਿਆ ਕੀ ਕਿਸ ਤਰ੍ਹਾਂ ਇਹਨਾਂ ਨੇ ਮੈਨੂੰ ਫੋਨ ਕੀਤਾ ਹੈ। ਅੱਛਾ ਮੈਨੂੰ ਫੋਨ ਕੀਤਾ ਕਿ ਤੇਰੀ ਧੀ ਮਰ ਗਈ ਏ, ਗੋਲੀ ਲੱਗ ਗਈ, ਡਕੈਤੀ ਹੋਈ ਏ। ਉਸ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਕਿ ਤੇਰੀ ਧੀ ਦਾ ਡਾਕੂ ਆਏ ਨੇ, ਗਲਾ ਕੱਟ ਗਏ ਨੇ। ਅੱਛਾ ਇਹ ਮੈਨੂੰ ਦੱਸੋ ਉਸ ਕਾਰ 'ਚ ਹੋਰ ਵੀ ਕਿਸੇ ਨੂੰ ਸੱਟ ਸੁੱਟ ਲੱਗੀ? ਨਾ ਕਿਸੇ ਬੰਦੇ ਨੂੰ ਉਸ ਘਰ 'ਚ ਸੱਟ ਨਹੀਂ ਲੱਗੀ। ਉਸ ਘਰ 'ਚ 5 ਬੀਬੀਆਂ, 4-5 ਮਰਦ ਤੇ ਕੱਲੀ ਮੇਰੀ ਧੀ ਮਰਨੀ ਸੀ। ਉੱਥੇ 5 ਬੀਬੀਆਂ, ਉਹਦੀ ਨਾਨੀ, ਉਹਦੀ ਮਾਮੀ, ਉਹਦੀ ਮਾਸੀ, ਉਹਦੀ ਸੱਸ, ਉਹਦੀ ਨਨਾਣ, ਉਹਦੇ ਨਾਂ ਕੀ ਲੈਂਦੇ ਨੇ ਨਾਲ ਭਣੇਵੇਂ, ਸਾਰੇ ਕੱਲੀ ਮੇਰੀ ਧੀ ਪੁੱਤਰ ਮਰਨੀ ਸੀ। ਉੱਥੇ ਤੇ ਪੂਰਾ ਅੰਬਲਾ ਹੈਗਾ ਉਹਨਾਂ ਦੇ ਘਰ, ਉਹਨਾਂ ਨੂੰ ਤੇ ਕੁਝ ਵੀ ਨਹੀਂ ਹੋਇਆ, ਉਹਨਾਂ ਨੂੰ ਤੇ ਖਰਾਚ ਵੀ ਨਹੀਂ ਆਈ ਤੇ ਮੇਰੀ ਧੀ ਮਾਰਨੀ ਸੀ। ਮੇਰੇ ਬੱਚਿਆ ਇਹ ਕਿਸ ਤਰ੍ਹਾਂ ਇਹ ਕਿਸੇ ਨੂੰ ਕੋਈ ਸੱਟ ਫੇਟ ਨਹੀਂ ਲੱਗੀ? ਨਾ ਜ਼ਰਾ ਵੀ ਨਹੀਂ ਲੱਗੀ ਹੋਈ, ਸਭ ਸਹੀ ਤੰਦਰੁਸਤ। ਮਾਮਾ ਵੀ ਵੇਖੋ ਤੇ ਸਹੀ ਹੈ। ਉਹਨੂੰ ਜਿਹੜਾ ਲੜਕਾ ਜਿਹਦੇ ਨਾਲ ਤੁਸੀਂ ਸ਼ਾਦੀ ਕੀਤੀ ਬੇਟੀ ਦੀ, ਉਹ ਫੜਿਆ ਗਿਆ? ਉਹ ਵੀ ਫੜਿੱਚਾ ਹੈ, ਉਹਦਾ ਮਾਮਾ ਵੀ ਫੜਿੱਚਾ ਹੈ। ਬੜਾ ਹਾਲ ਨੂੰ ਚੌਂਕ ਚ ਰੱਖ ਕੇ ਤੋਣੀ ਲਾਣ। ਉਹ ਹਰ ਗੱਲ ਮੰਨੇ ਕਿ ਮੈਂ ਕਿਉਂ ਮਾਰੀ ਹੈ ਮੇਰੀ ਧੀ, ਇਹ ਨਹੀਂ ਮੰਨਦਾ ਪਿਆ। ਉਹਨੂੰ ਮਨਾਣ, ਉਹਨੂੰ ਇਹ ਮਨਾਣ ਕਿ ਕਿਉਂ ਮਾਰੀ ਹੈ ਤੂੰ ਮਰੀਮ। ਮੁਜਰਮ ਦੱਸ ਕਿੰਨੇ ਨੇ ਤੁਸੀਂ? ਅੱਛਾ ਇਹ ਦੱਸੋ ਇਹ ਬੱਚੀ ਮਰ ਗਈ ਹੈ, ਹਾਂ। ਕੁਛ ਹੋ ਗਿਆ ਹੈ, ਉਹਨਾਂ ਨੇ ਪੁਲਿਸ ਵਾਲੇ ਤੁਹਾਡੇ ਨਾਲ ਤਾਉਨ ਕਰ ਰਹੇ ਨੇ? ਪੁਲਿਸ ਵਾਲੇ ਕਹਿੰਦੇ ਨੇ ਤੁਹਾਨੂੰ ਇਨਸਾਫ ਮਿਲੇਗਾ, ਪਰ ਉਹ ਤੇ ਉੱਥੇ ਕੱਪੜੇ ਪਾ ਕੇ ਬੈਠੇ ਹੋਏ ਨੇ, ਰੰਗੀਨ ਕੱਪੜੇ ਰੋਜ਼ ਪਾਉਂਦੇ ਨੇ, ਰੋਜ਼ ਕੱਪੜੇ ਬਦਲਦੇ ਨੇ, ਡੇਲੀ ਕੱਪੜੇ ਬਦਲਦੇ ਨੇ, ਡੇਲੀ ਫਿਰਦੇ ਨੇ, ਡੇਲੀ ਅੰਦਰ ਬੰਦ ਨੇ, ਡੇਲੀ ਉਹਨਾਂ ਦਾ ਮੈਂ ਜਾਣੀ ਆ ਤੇ ਜੋੜਾ ਬਦਲਿਆ ਹੁੰਦਾ। ਅੱਛਾ ਉਹਨਾਂ ਨੂੰ ਤੋਣੀ ਲਾਈ ਜਾਵੇ। ਉਹਨਾਂ ਦਾ ਰਿਮਾਂਡ ਕਿਸ ਚੀਜ਼ ਦਾ? ਉਹਨਾਂ ਦਾ ਰਿਮਾਂਡ ਇਸ ਚੀਜ਼ ਦਾ, ਉਹਨਾਂ ਨੂੰ ਚੌਂਕ ਵਿੱਚ ਮਾਰੋ ਲਿਆ ਕੇ ਛਿੱਤਰ ਤੇ ਦੱਸੋ ਮਰੀਮ ਕਿਵੇਂ ਮਾਰੀ ਹੈ ਤੁਸੀਂ? ਉਹਨਾਂ ਦੀਆਂ ਬੁੱਢੀਆਂ ਕੋਲੋਂ ਪੁੱਛੋ, 2 ਬੰਦੇ ਹੀ ਕੁੱਟੇ ਜਾਣ ਤੇ ਸਹੀ ਤਰ੍ਹਾਂ ਦੱਸਣਗੇ ਅਸੀਂ ਕਿਵੇਂ ਮਾਰੀ ਹੈ। ਬਿਲਕੁਲ ਠੀਕ ਹੈ, ਤੁਸੀਂ ਸਹੀ ਫਰਮਾ ਰਹੇ ਜੀ। ਜਿਹੜੀ FIR ਉਹਨਾਂ ਨੇ ਕੱਟੀ ਹੈ ਉਹਦੇ 'ਚ ਕਿਹਦਾ ਨਾਂ ਦਿੱਤਾ ਤੁਸੀਂ? ਨਾ ਮੈਂ ਉਹਦੇ ਮਾਮੇ ਦਾ ਨਾਂ ਦਿੱਤਾ ਹੈ, ਅਜ਼ੀਮ ਦਾ ਨਾਂ ਦਿੱਤਾ ਹੈ, ਇੱਕ ਨਾਮ ਮਾਲੂਮ ਹੈ। ਹਾਂ ਹਾਂ, ਇੱਕ ਉਹਦਾ ਮਾਮਾ ਵੈਸ ਹੈ। ਇਹਨਾਂ ਮਾਮੇ ਭਨੇਵੇਂ ਨੇ, ਸਾਰੇ ਘਰ ਨੇ ਰਲ ਕੇ ਮੇਰੀ ਬੱਚੀ ਮਾਰੀ ਹੈ। ਸਿਰਫ ਮੈਨੂੰ ਇੱਕ ਛੋਟੀ ਜਿਹੀ ਗੱਲ ਦੱਸੋ, ਪੁਲਿਸ ਤੁਹਾਡੇ ਨਾਲ ਤਾਉਨ ਕਰ ਰਹੀ ਹੈ, ਅੱਛਾ ਚੱਲ ਰਹੀ ਹੈ, ਇਹਨਾਂ ਸਾਰਿਆਂ ਦਾ ਨਾਂ FIR ਦੇ ਵਿੱਚ ਹੈਗਾ? ਨਹੀਂ, ਮੈਂ ਸਿਰਫ 2 ਬੰਦਿਆਂ ਦਾ FIR 'ਚ ਨਾਂ ਦਿੱਤਾ ਹੈ। ਨਹੀਂ ਨਾਮ ਆ ਗਿਆ FIR 'ਚ ਲਿਖਿਆ ਗਿਆ? ਹਾਂ, ਮਾਮੇ ਦਾ ਤੇ ਭਨੇਵੇਂ ਦਾ ਲਿਖਿਆ ਇੱਕ ਨਾਮ ਮਾਲੂਮ ਹੈ। ਅੱਛਾ ਯਾਨੀ ਕਿ FIR 'ਚ ਉਹਨਾਂ ਦੇ ਨਾਮ ਹੈਗੇ ਨੇ? ਹਾਂ, 2 ਬੰਦਿਆਂ ਦੇ ਸਿਰਫ ਨੇ, ਪੱਕੀ ਵਿੱਚ ਮਾਮਾ ਤੇ ਭਨੇਵੇਂ ਦਾ ਮੈਂ ਨਾਂ ਦਿੱਤਾ ਹੈ। ਅੱਛਾ, ਤੇ ਇੱਕ ਇਹਨਾਂ ਨੇ ਕਤਲ ਹੀ ਇਹਨਾਂ ਨੇ ਕੀਤੀ ਹੈ। ਅੱਛਾ। ਇਹਨਾਂ ਨੇ ਕਤਲ ਮਾਮੇ ਨੇ ਤੇ ਭਨੇਵੇਂ ਨੇ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਮਾਮੇ ਨੇ ਮੇਰੀ ਧੀ ਨਾਲ ਕੁਝ ਕੀਤਾ ਹੈ। FIR ਜਿਹੜੀ ਹੈ ਉਹ ਨਾਮਾਲੂਮ ਤੇ ਨਹੀਂ ਕੱਟੀ? ਇੱਕ ਬੰਦੇ ਦੇ ਨਾਮ ਮਾਲੂਮ ਹੈ, ਬਕਾਇਆ 2 ਦੇ ਨਾਂ ਦਰਜ ਕਰਵਾਏ ਨੇ ਮੈਂ। ਠੀਕ ਹੈ ਠੀਕ ਹੈ। ਤੇ ਇਹ ਹੁਣ ਤੱਕ ਪੁਲਿਸ ਕੀ ਕਹਿੰਦੀ ਹੈ ਤੁਹਾਨੂੰ? ਤੁਸੀਂ ਪੁਲਿਸ ਅਗਰ ਜਾਣਦੇ ਕਹਿੰਦੀ ਹੋ ਹੈ, ਪਤਾ ਤੇ ਪੁਲਿਸ ਕਹਿੰਦੀ ਹੈ ਜੀ ਇਨਸਾਫ ਮਿਲੇਗਾ, ਇਨਸਾਫ ਮਿਲੇਗਾ। ਉਹ ਕਿਹੋ ਜਿਹਾ ਮੈਨੂੰ ਇਨਸਾਫ ਮਿਲੇਗਾ ਕਿ ਮੁਜਰਮ ਵਿੱਚ ਤੇ ਉਹਨੂੰ ਕੁੱਟਣ, ਉਹਦੇ ਕੋਲੋਂ ਇਨਸਾਫ ਹੈ ਲੈਣ ਕਿ ਉਹਨੂੰ ਚੌਂਕ 'ਚ ਲਿਆ ਕੇ ਕੁੱਟਣ, ਇਬਰਤ ਦਾ ਛਿੱਤਰ ਮਾਰਨ। ਇਧਰ ਦੱਸੋ ਵੀ 10 ਸਰਟੀਫਿਕੇਟ ਵੀ ਨਹੀਂ ਮਿਲਿਆ, ਕੋਈ ਚੀਜ਼ ਨਹੀਂ ਮੈਨੂੰ ਅਜੇ ਤੱਕ ਮਿਲੀ ਹੋਈ, ਇੱਕ ਤੱਕ ਨਹੀਂ ਮੈਨੂੰ ਦਿੰਦਾ ਪਿਆ, ਕੋਈ ਕੁਝ ਨਹੀਂ ਮੈਨੂੰ ਮਿਲਿਆ। ਉਹਨਾਂ ਦੇ ਕੋਲ ਜੋ ਮੈਨੂੰ ਕੋਈ ਸਬੂਤ ਨਹੀਂ ਮਿਲਦਾ ਪਿਆ, ਕੋਈ ਚੀਜ਼ ਨਹੀਂ ਮੇਰੇ ਕੋਲ। ਕੋਈ ਭਾਈ ਜਾਨ ਇਹਨਾਂ ਕੋਲ ਮੰਗਦੇ ਨੇ, ਉਹਨੇ ਤੂੰ ਸਾਨੂੰ ਦੱਸ ਕਿਸ ਤਰ੍ਹਾਂ ਮਰੀ, ਦੱਸੋ ਜਿੰਨੀ ਉਹ ਇਹਨਾਂ ਨੂੰ ਕਹਿੰਦੇ ਨੇ? ਹਾਂ ਇਹ ਨਹੀਂ ਦੱਸ ਹੋਈ ਪੁਲਿਸ ਵਾਲੇ ਕਹਿੰਦੇ ਨੇ? ਪੁਲਿਸ ਵਾਲੇ ਮੈਨੂੰ ਪਹਿਲੇ ਕਹਿੰਦੇ ਸੀ ਤੂੰ ਦੱਸ ਕਿਵੇਂ ਮਰੀ ਤੇਰੀ ਬੇਟੀ, ਤੇਰੀ ਬੇਟੀ ਕਿਵੇਂ ਮਰੀ ਹੈ, ਤੂੰ ਮੁਜਰਮ ਦੇ। ਮੈਂ ਕਿੱਥੋਂ ਮੁਜਰਮ ਦਵਾਂ? ਇਹ ਕਿਹੜਾ ਪੁਲਿਸ ਵਾਲਾ ਸੀ ਜਿਹੜਾ ਤੁਹਾਨੂੰ ਇਹ ਗੱਲ ਕਹਿੰਦਾ? ਇਹ ਉਹਨੇ ਪਹਿਲੇ ਮੈਨੂੰ ਕਹੀ, ਹੁਣ ਨਹੀਂ ਕਹੀ। ਜਿਹੜਾ ਵੀ ਹੈ, ਕੋਈ ਗੱਲ ਨਾ ਲਵੋ। ਨਹੀਂ ਇਮਤਿਆਜ਼ ਤੱਕੜ ਕੀ ਹੈਗਾ? ਨਹੀਂ ਕੁਛ ਨਹੀਂ ਹੁੰਦਾ, ਤੂੰ ਦੱਸ। ਕਹਿੰਦੇ ਨੇ ਆਨੇ ਤੈਨੂੰ ਚਲਾਨ ਕਰਕੇ ਅੰਦਰ ਕਰ ਦੇ। ਨਹੀਂ ਅੱਛਾ ਕਹਿੰਦਾ ਤੈਨੂੰ ਅੰਦਰ ਅੰਦਰ ਆਉਂਦਾ ਤੈਨੂੰ ਮੈਂ
ਹੀ ਅੰਦਰ ਕਰਨਾ ਤੇ ਓਏ ਉਹਨਾਂ ਨੇ ਪੈਸੇ ਖਾ ਲਏ ਤੇ ਲਾਉਂਦੇ ਨੇ ਪੈਸੇ ਲਾਉਂਦੇ ਨੇ ये हमारा इंसाफ है। देखें, इसकी वालदा घर पे है, उसकी बेटी को उधर कत्ल कर दिया गया। और कक्कड़, क्या नाम बताया जी आपने उसका? इम्तियाज कक्कड़ नामी कोई इन्वेस्टिगेशन ऑफिसर है, वो इनको ये कह रहा है कि आप बताओ कैसे मरी है, वरना मैं आपको अंदर कर दूं। ਚਲਾਨ ਕਰਕੇ ਅੱਜ ਨੂੰ ਸ਼ਪੈਣਾ ਬਣਾ ਲਾ ਮੈਂ ਸ਼ਪੈਣਾ ਡਰਦੀ ਥਾਣੇ ਨਹੀਂ ਜਾਂਦੀ ਉਹ ਵੀ ਧਮਕੀਆਂ ਲਾਉਂਦੇ ਜਿੰਨਾ ਕੁੜੀ ਮਾਰੀ ਜਿਨ੍ਹਾਂ ਨੇ ਮਾਰੀ ਉਹ ਮੈਨੂੰ ਕਹਿੰਦੇ ਨੇ ਅਸੀਂ ਤੈਨੂੰ ਦੇਖ ਲਿੱਤਾ ਤੇ ਉਡਾ ਦੇਾਂਗੇ। अच्छा, ਹਾਂ ਉਹ ਮੈਨੂੰ ਧਮਕੀਆਂ ਲਾਉਂਦੇ ਨੇ। ਛੋਟੀ ਬੇਟੀ ਦਾ ਵੀ ਉਧਰ ਹੀ ਹੋਇਆ ਸੀ ਨਾ, ਉਹਨਾਂ ਨੇ ਉਹਨੂੰ ਅਸੀਂ ਹੁਣ ਮਾਰਨਾ ਹੈ। ਰੋਜ਼ ਆਉਂਦੇ ਨੇ। ਮੈਨੂੰ ਬਹੁਤ ਇਹਨਾਂ ਕੋਲ ਖਤਰਾ ਜੇ ਇਹਨਾਂ ਦੇ ਬੰਦੇ ਬੜੇ ਬਾਹਰ ਛੱਡੇ ਜੇ। ਮੇਰੀ ਪੁੱਫੀ ਦੇ ਪੁੱਤਰ ਵੀ ਕਾਤਲ ਹੈਗੇ ਨੇ, ਉਹ ਮੈਨੂੰ ਧਮਕੀਆਂ ਲਾਉਂਦੇ ਨੇ। ਮੇਰੇ ਪੁੱਫੋ ਦੇ ਬੇਟੇ, बेटी कितना बड़ी सी? ਮੇਰੀ ਬੇਟੀ 14 ਪੜ੍ਹੀ ਸੀ। ਮੈਨੂੰ ਇਨਸਾਫ ਚਾਹੀਦਾ ਹੈ। ਸਕੂਲੀ ਟੀਚਰ ਸੀ ਇੱਥੇ। ਸਕੂਲ ਟੀਚਰ ਸੀ ਮੇਰੀ ਧੀ। ਮੇਰੀ ਸਕੂਲ ਟੀਚਰ ਸੀ। ਮੇਰੀ ਸਕੂਲ ਟੀਚਰ ਹੈਗੀ ਸੀ। ਸ਼ਾਮ ਟਾਈਮ ਅਕੈਡਮੀ ਟਾਈਮ ਪੜ੍ਹਾਉਂਦੀ ਸੀ। ਵੇ ਮੇਰੀ ਧੀ ਦੀ ਅੱਖ ਚੁੱਕ ਕੇ ਨਾ ਗਲੀ 'ਚ ਵੇਖੇ। ਮੇਰੀ ਧੀ ਦੀ ਕੱਖ ਗਵਾਹੀ ਦਵੇ ਤੇ ਤੁਹਾਡੀ ਤੇ ਕੋਈ ਬੰਦਾ ਗਵਾਹੀ ਦੇਣ ਨੂੰ ਨਹੀਂ ਤਿਆਰ ਹੈਗਾ। ਮੇਰੀ ਧੀ ਗਲੀਆਂ ਦੇ ਕੱਖ ਫਿਰ ਹੁੰਦੇ ਨੇ ਉਹਨੂੰ। ਉਹ ਕਹਿੰਦੇ ਨੇ ਮਰੀਮ ਦੀ ਏਡੀ ਚੰਗੀ ਮਿਸ ਮਰੀਮ ਮਰ ਗਈ ਏ। ਦੱਸੋ ਮਰੀਮ ਨਵਾਜ਼ ਕੋਲੋਂ ਮੈਨੂੰ ਇਨਸਾਫ ਲੈ ਦਿਓ। ਮੈਨੂੰ ਕਿਸੇ ਬੰਦੇ ਕੋਲੋਂ ਇਨਸਾਫ ਲੈ ਦਿਓ। ਇਹਨਾਂ ਕਾਤਲਾਂ ਨੂੰ ਇੱਕ ਹਫ਼ਤੇ ਦੇ ਅੰਦਰ ਕਤਲ ਕੀਤਾ ਜਾਏ ਤੇ ਫਿਰ ਇਨਸਾਫ ਹੈ। ਫਿਰ ਆਉਣ ਵਾਲੀਆਂ ਨਸਲਾਂ ਰੱਖ ਜਾਣਗੀਆਂ ਕਿ ਕਿਸੇ ਮਰੀਮ ਨੂੰ ਨਜਾਇਜ਼ ਇਲਜ਼ਾਮ ਲਾ ਕੇ ਨਹੀਂ ਮਾਰਨਾ ਤੇ ਬਾਹਰ ਨਾ ਨਿਕਲਣ। ਮੇਰੀ ਇਤਜਾ ਹੈ ਇਹ ਮੁਜਰਮ ਬਾਹਰ ਨਾ ਆਏ, ਇਹਨੂੰ ਕਤਲ ਕੀਤਾ ਜਾਏ ਉਸੇ ਜਗ੍ਹਾ ਤੇ। ਸੋਨੀਆ ਮਿਸਾਲ ਔਰਤਾਂ ਵਿੱਚ ਨੇ औरतों ने भी नहीं पढ़िया। हमारी आला अदलिया से और वज़ीर आला पंजाब, वज़ीर आज़म मियाँ शहबाज शरीफ और CCPO साहब, IG साहब से गुजारिश है, खुसूसी गुजारिश है कि इस बच्ची के कत्ल को यूँ ज़ाया ना होने, इसको इंसाफ दिलाएं और इसके कातलों को कैफरे किरदार तक पहुँचाएं। इसका वालिद, बच्ची का वालिद माजूर है, मेरा बंदा माजूर है। आधी रोटी का मुताज हो गया, आधी रोटी की कैसे मेहनत मजदूरी करके इन्होंने अपनी बच्ची की शादी की। 8 लाख उन्होंने पहले ले लिया, बाद में वलीमे पे भी इनसे पैसे लिए। दसो जी। ਪੁੱਤਰ ਇਹ ਬੁੱਢੀਆਂ ਚਲਾਉਂਦੇ ਨੇ ਦੁਬਈ। ਮੈਨੂੰ ਨਹੀਂ ਸੀ ਪਤਾ ਦੁਬਈ ਬੁੱਢੀਆਂ ਲੈ ਜਾਂਦੇ ਨੇ। ਮੇਰੀ ਧੀ ਲੈ ਗਏ, ਉਹਨੂੰ ਕਿਹਾ ਨੇ ਕਿਤੇ ਉਹਨੇ ਨਹੀਂ ਮੰਨਿਆ। ਇਹਨਾਂ ਨੇ ਮੇਰੀ ਧੀ ਮਾਰ ਦਿੱਤੀ ਏ। ਇਹਨਾਂ ਨੇ ਕਿਹਾ ਦੀ ਧੀ ਖਤਮ ਕਰ ਦਿਓ। ਮੈਂ ਥਾਣੇ ਜਾਂਦੀ ਆ, ਮੇਰੀ ਕੋਈ ਸੁਣਦਾ ਨਹੀਂ। ਮੈਨੂੰ ਕਹਿੰਦੇ ਨੇ ਕਿ ਤੂੰ ਕਾਤਲ ਦੱਸ। ਮੈਂ ਕਾਤਲ ਕਿੱਥੋਂ ਦੱਸਾਂ? ਮੈਂ ਮਾਰੀ ਆਪਣੀ ਧੀ? ਕੋਈ ਆਪਣੀ ਧੀ ਮਾਂ ਮਾਰਦੀ ਏ? ਮੈਨੂੰ ਕਹਿੰਦੇ ਨੇ ਤੂੰ ਕਾਤਲ ਦੱਸ। ਮੇਰੇ ਕੋਲ ਕਾਤਲ ਨਹੀਂ ਹੈਗਾ। ਫਿਰ ਕਹਿੰਦੇ ਨੇ ਤੇਰਾ ਚਲਾਨ ਕੱਟ ਦੇਣੇ ਆ ਤੇ ਤੈਨੂੰ ਅੰਦਰ ਕਰ ਦੇਾਂਗੇ ਤੇ ਤੂੰ ਦੱਸੇਂਗੀ। ਮੈਂ ਕਿੱਥੋਂ ਦੱਸਾਂ? ਮੈਨੂੰ ਕਹਿੰਦੇ ਨੇ ਤੈਨੂੰ ਸਾਰਾ ਪਤਾ ਹੈਗਾ। ਬਹਰਾਲ ਮੈਂ ਕਿੱਥੋਂ ਕਾਤਲ ਲਿਆਵਾਂ? ਮੁਜਰਮ ਇਹਨਾਂ ਦੇ ਕੋਲ ਨੇ। ਮੁਜਰਮ ਜੋ ਕੁੱਟਣ, ਉਹਨਾਂ ਦੇ ਛੋਟੇ ਡਾਂਟ ਤੇ ਕਾਤਲ ਉਹ ਦੱਸਣ ਨਾ। ਕਾਤਲ ਮੇਰੇ ਕੋਲ ਲੱਭਦੇ ਨੇ, ਮੈਂ ਨਹੀਂ ਦੇ ਸਕਦੀ ਕਾਤਲ। ਮੈਂ ਕਿੱਥੋਂ ਲਿਆਵਾਂਗੀ ਕਾਤਲ? ਮੈਂ ਤੇ ਮਜ਼ਦੂਰ ਬਤਾਵਾਂ। ਮੇਰੀ ਮਾਂ ਵਾਂ ਮੈਂ। ਮੇਰਾ ਨਾਂ ਸੁਗਰਾ ਬੀਬੀ, ਮੇਰੇ ਬੰਦੇ ਦਾ ਨਾਮ ਮੁਹੰਮਦ ਅਸ਼ਰਫ। ਸਾਨੂੰ ਬੜਾ ਤੜੀਆਂ ਲਾਉਂਦੇ ਨੇ। ਮੈਂ ਡਰਦੀ ਥਾਣੇ ਨਹੀਂ ਜਾਂਦੀ ਜਲਦੀ। ਮੈਂ ਕਿੱਧਰ ਜਾਵਾਂ? ਮੇਰਾ ਕੇਸ ਉੱਥੋਂ ਚੁੱਕੋ ਤੇ ਕਿਤੇ ਹੋਰ ਲਾਓ। ਮੇਰਾ ਕੇਸ ਉੱਥੋਂ ਚੁੱਕ ਕੇ ਕਿਤੇ ਲਾ ਦਿਓ ਜਿੱਥੇ ਮੈਨੂੰ ਇਨਸਾਫ ਮਿਲੇ। ਮੈਂ ਕਿਸੇ ਦੀਆਂ ਗੱਲਾਂ ਸੁਣਦੀ, ਕੋਈ ਮਾਂ ਗੱਲ ਨਾ ਸੁਣੇ। ਮੈਂ ਪੁੱਤਰ ਕਿਸੇ ਦੀ ਧੀ ਨਾਲ ਜਨਾਬ ਹੈ ਜੋ ਮੇਰੇ ਨਾਲ ਹੋਇਆ। ਅੱਲਾ ਕਿਸੇ ਦੀ ਧੀ ਦੀ ਤਕਦੀਰ ਨਾ ਹਰੇ। सबर कर, अल्लाह तेरे पास बहुत चंगा करेगा। ਨਹੀਂ ਉਹਦੇ ਕੀ ਮੈਂ ਮੈਨੂੰ ਸਫਾਈ ਸੀਮਾ ਸੰਸਾ ਫਿਰ ਉਹਨੇ ਫੋਨ ਕਰਕੇ ਕਿਹਾ ਤੇਰੀਆਂ ਹੁਣ ਸੀਮਾ ਸਾਫ਼ ਨੇ, ਤੂੰ ਸਹੀ ਹੈ। ਉਹਨੇ ਸੀਮਾ ਤੱਕ ਇਹਨਾਂ ਲੈਣਾ ਧੀ ਨਾਲ ਮਾਂ ਇੰਜ ਕਰ ਸਕਦੀ ਹੈ। बिस्मिल्लाहिर्रहमानिर्रहीम, अस्सलाम वालेकुम नाज़रीन। आज आप लोगों के लिए एक ऐसा दिलखराश वाक़या लेकर आई हूँ जिसको जो किसी लफ्ज़ों से जो है उसकी मुसम्मत नहीं की जा सकती। एक ऐसा वाक़या, एक नया नवेला जोड़ा 6 दिन उनकी शादी को गुजरते हैं और छठे ही रोज़ लड़की का जो है ससुरालियों की जानिब से गला काट दिया जाता है। गला काट के उनको कत्ल कर दिया जाता है और पुलिस मौका पर पहुंचती है और पुलिस जो है उसके हस्बैंड को गिरफ्तार कर देती है और उसके शौहर ने जो है एक बार जुर्म कबूल किया है कि जी हाँ मैं ही अपनी जो है वाइफ का गला काट कर उसको कत्ल किया है। हमारे साथ सीनियर जर्नलिस्ट अजीम चौधरी साहब मौजूद हैं। इनसे पूरा वाक़या जानते हैं कि क्या वाक़ये की तफसील है, किस तरह ये वाक़या पेश आया और इसके पीछे जो वजह है वो क्या है। अस्सलाम वालेकुम सर। वालेकुम सलाम।
सर मुझे ये बता दीजिएगा कि जून में जो वाक़या पेश आया है 6 दिन की शादी में और छठे रोज़ लड़की को गला काट के कत्ल कर दिया जाता है ससुरालियों की जानिब से, इस बारे में आपकी क्या राय है, क्या तफसील है आपके पास, बताइएगा। बिस्मिल्लाहिर्रहमानिर्रहीम। नाज़रीन, ये एक बहुत ही दिल खराश वाक़या पेश आया है। अल्लाह ताला बेटियां देता है, बेटियां बाइस रहमत हैं, लेकिन ये कुछ लोग, लालची लोग, जिन्होंने इनको कत्ल करके हमारे लिए बहुत ही ख़तरनाक किस्म के ये हालात पैदा कर दिए हैं। अब इस बच्ची के मामले में ये जो बात सामने आई है कि इन्होंने दहेज मांगा, दहेज की मद में 8 लाख रुपए लिए, उसके बाद इन्होंने फिर वलीमे वाले दिन 4.5 लाख इनसे मांगे और उनके पास पैसे नहीं थे, बड़ी मुश्किल से इन्होंने तकरीबन उनको 50,000 रुपये फिर दिए। अब छठे दिन लड़की को उसके कमरे में उसका गला काट के उसको कत्ल कर दिया जाता है। ये एक बहुत ही लम्हा फ़िक्रिया है, ये एक बहुत ख़तरनाक किस्म का वाक़या पेश आया है और उस घर में 8 से 10 फर्द इस वक्त रह रहे हैं और वकूआ ये बनाया गया कि डाकू आए, उन्होंने लड़की को मारा, वो निकल गए हैं। अजीब बात यह है कि 8 से 10 बंदों को हल्की सी खराश तक नहीं आई। बच्ची का वालिद माजूर है, बच्ची की माँ घरों में काम करती थी, ये बच्ची खुद बतौर टीचर काम करती थी और पूरा मोहल्ला, जिसकी ये आपको पीछे से स्क्रीन पे दिखाई दे रहा होगा, पूरा मोहल्ला इसकी गवाही देता है। इसकी पाकी की और नेकबाजी की कस्में खाते हैं लोग। ये इस कदर नेक, नमाजी, तहज्जुद गुजार और इंतहाई नेक शरीफ लड़की थी जिसके साथ ये वाक़या पेश आया। अब ऐसा है कि पुलिस वाले को ख़ास तावन इस फैमिली के साथ नहीं कर रहे। इनके बकौल जो घर वाले हैं, उसकी वालदा हैं, उनके बकौल ये है, उनके मोहल्लेदारों के बकौल के जब हम थाने जाते हैं तो वो कपड़े डेली चेंज कर रहे हैं, वो खाना भी वहीं उनको घर से आ रहा है, वो बैठे हैं। अब वो हत्ता कि उनके हौसले इतने बढ़ गए हैं कि उन्होंने उस ख़ानदान को धमकियाँ देना शुरू कर दी हैं। सर मुझे ये बता दें कि इस मामले की कार्रवाई किस हद तक और कहाँ तक पहुँची है, पुलिस की जानिब से क्या रिव्यूज़ आ रहे हैं, क्या वो करना चाह रहे हैं, किस तरह वो इस केस की कार्रवाई को आगे लेकर जा रहे हैं। उसकी वालदा को धमकियाँ देनी शुरू करती हैं। इम्तियाज़ काकड़ नामी कोई तफ्तीशी कोई अफीसर है, उसने उसकी वालदा को कहा, ओ माई, पंजाबी में थोड़ा सा मैं ये कहने लगा, माई दस एदे कातल कौन ने। माई परेशान, उसकी वालदा परेशान हो गई कि मुझे तो इल्म ही नहीं है कि इसके कातल कौन है, अगर मुझे इल्म होता तो मैं उसको ना पकड़ती। तो कह रहा है कि अगर तूने ये ना बताया कि इसके कातल कौन है तो ये है कि तुझे मैं इस पर्चे में इन्वॉल्व करूंगा और तेरे खिलाफ कार्रवाई शुरू कर दूंगा कि ये तो सारा काम तेरा है। यहाँ तक वो थ्रेट कर रहे हैं। गरीब लोग हैं, रो रो का उस माँ का बुरा हाल है, उसको गशी के दौरे पड़ रहे हैं, जिसकी जवान बेटी को छठे रोज़ा भी तो उस बच्ची के हाथों की मेहंदी नहीं उतरी। तो मुझे समझ नहीं आती कि इस दुनिया में लालची और ऐसे बदकिरदार लोग कैसे, क्योंकि अभी तक उन्होंने पोस्टमार्टम रिपोर्ट नहीं ली, कोई मेडिकल किसी किस्म का कुछ नहीं उन्होंने अभी तक लिया। उसके वालिदैन थाने जाते हैं। अब जब उन्होंने ज़्यादा जाना शुरू किया, उसकी वालदा ने धोना शुरू किया, तो उन्होंने उसको डराना शुरू कर दिया, भाई ओ माई इसका बता कातल कौन है, तुझे वरना अंदर कर देंगे। अब वो डरती बेचारी उधर भी नहीं जा रही, तो वो इसको बिठाना चाहते हैं। और मुलज़मों का मैंने आपको पहले ही बताया है कि वो तो थाने में ऐसे फिर रहे हैं जैसे वो बारात पे आए हुए हैं। जब आपने एक मुलजिम को जेल के अंदर बंद कर दिया है, उसको डेली वो कपड़े चेंज कर रहा है, उसका घर से खाना पक के आ रहा है, तो ये किसी भी आम बंदे की समझ में भी ये बात आती है कि ये इस वक्त हालात हमारी गिरफ्त से बाहर जा रहे हैं। कैसे इनके ज़मीर अंदर से नहीं जागते। बच्ची को वकूए के वक़्त नशियावर चीज़ पिलाई हुई थी, उसके बाद उसका गला काटा गया। और इन लोगों के बारे में मुख्तलिफ राय आई हैं उनके महल्ले से ही कि ये लोग लड़कियों को ऐसे लेकर दुबई भेजते हैं और अपना उनका बिज़नेस है। ये उनकी कोई अच्छी रेपुटेशन वाले लोग नहीं हैं। इसमें उस लड़के के साथ उसका मामू भी शामिल है, जिसके मतलब ये बात वाज़ेह है कि वो इनका सरगना है, वो ये सारे काम करता है। तो ये एक बहुत बहुत ख़तरनाक वाक़या है। मेरी नज़र में ऐसे वाक़यात एक इंसानियत के नाते, इंसानियत के मुँह पर एक तमाचा है। नाज़रीन, इस वक़ुआ की पूरी तफसील जानने के बाद मैं सिर्फ इतना कहूँगी कि जो वालिदैन अपनी बेटियों के लिए इतना कुछ करते हैं, उनको पाल पोस के इतना बड़ा करते हैं और उनकी शादी करते हैं, यही कहूँगी कि वालिदैन जो है बेटियों को हर चीज़ दे सकते हैं सिवाय नसीब के।
तो अपनी बेटियों की शादी करने से पहले पूरी तरह से तफ्तीश कर लीजिए कि अगला इंसान, अगली फैमिली किस तरह की है, किस तरह के माइंड की हैं। मेरा नहीं ख्याल कि कोई भी रिश्ता इस तरह का होता है कि वो अपने ही रिश्तेदार को इस तरह के राह पे लाके खड़ा कर दे कि एक बच्ची को जो है शादी के 6ठे दिन के बाद ही जो है वो कत्ल कर दिया जाता है ससुरालियों की जानिब से। और ये जो है बयान सामने आता है कि घर में चोरी होती है, डाकू आते हैं और इस तरह से जो है वो उस लड़की पे ही जो है वो कातिलाना हमला करते हैं और किसी को भी कुछ नहीं कहा जाता। तो यही कहूँगी कि अपनी बेटियों की हिफाजत खुद कीजिए, उनके लिए जो भी आपने डिसाइड करना है वो खुद से कीजिए, किसी पर भी एतबार ना कीजिए। इसी के साथ मुझे दीजिए इजाज़त। अल्लाह हाफ़िज़।